Article number 25, normal of the plane. The normal at any point, ਕਹਿੰਦੇ ਕੋਈ P point ਹੈ, ਆਪਾਂ ਉਹਦੇ ਤੋਂ normal draw ਕਰਦੇ ਹਾਂ of a surface is a straight line passing through the P। ਕਹਿੰਦੇ ਕੋਈ ਸਰਫੇਸ ਹੈ ਉਹ P ਪੁਆਇੰਟ ਤੋਂ ਪਾਸ ਹੋ ਰਹੀ ਹੈ, ਠੀਕ ਹੈ, ਸਟ੍ਰੇਟ ਲਾਈਨ ਦੀ ਤਰ੍ਹਾਂ P ਪਲੇਨ ਤੋਂ P ਪੁਆਇੰਟ ਤੋਂ ਪਾਸ ਹੋ ਰਹੀ ਹੈ ਤੇ ਉਹਦੇ ਪਰਪੈਂਡੀਕੂਲਰ ਆਪਾਂ ਇੱਕ ਲਾਈਨ ਡਰਾ ਕਰ ਰਹੇ ਹਾਂ, ਦੈਟ ਇਜ਼ ਅ ਨਾਰਮਲ। ਉਹ ਜਿਹੜੀ 90 ਡਿਗਰੀ ਦਾ ਕੋਨ ਬਣਾ ਰਹੀ ਆ ਪਲੇਨ ਦੇ ਨਾਲ, ਉਹਨੂੰ ਆਪਾਂ ਕਹਾਂਗੇ ਦੈਟ ਇਜ਼ ਅ ਨਾਰਮਲ ਪਲੇਨ। ਤੇ ਜਿਹੜਾ ਪਲੇਨ P ਪੁਆਇੰਟ ਤੋਂ ਪਾਸ ਹੋ ਰਿਹਾ ਆ ਉਹਨੂੰ ਆਪਾਂ ਟੈਂਜੈਂਟ ਪਲੇਨ ਕਹਾਂਗੇ, ਤੇ ਜਿਹੜੀ ਆਪਣੇ ਕੋਲ ਲਾਈਨ ਪਰਪੈਂਡੀਕੂਲਰ ਡਰਾ ਕਰ ਰਹੇ ਉਹਨੂੰ ਨਾਰਮਲ ਲਾਈਨ ਕਹਾਂਗੇ, ਤੇ ਉਹਨਾਂ ਦੋਨਾਂ ਦੇ ਵਿੱਚ 90 ਡਿਗਰੀ ਦਾ ਕੋਨ ਬਣੇਗਾ ਤੇ ਉਹਨੂੰ ਆਪਾਂ ਨਾਰਮਲ ਪਲੇਨ ਕਹਾਂਗੇ। ਦੈਟ ਇਜ਼ ਅ ਡੈਫੀਨੇਸ਼ਨ ਆਫ ਨਾਰਮਲ ਪਲੇਨ। ਹੁਣ ਆਉਂਦੀ ਹੈ ਇਕੁਏਸ਼ਨ ਆਫ ਨਾਰਮਲ ਫਾਈਂਡ ਆਊਟ ਕਰਨੀ, ਆਰਟੀਕਲ ਨੰਬਰ 626। ਕਹਿੰਦੇ find the equation of normal at the point of x1 y1 ਤੇ z1 of the ellipsoid। ਕਹਿੰਦੇ ellipsoid ਦੀ ਇਕੁਏਸ਼ਨ ਗਿਵਨ ਹੈ। ਹੁਣ ਉਹ ellipsoid ਦੀ ਇਕੁਏਸ਼ਨ ਇਸ ਪੁਆਇੰਟ ਤੋਂ ਪਾਸ ਕਰ ਰਹੀ ਹੈ ਤੇ ਆਪਾਂ ਨਾਰਮਲ ਦੀ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ। ਅੱਜ ਹੁਣ ਦੇਖੋ ਕੀ ਕਰਨਾ ਹੈ, ਪਹਿਲੇ ਤਾਂ ਆਪਾਂ ਕੀ ਕਰਾਂਗੇ, ਦੈਟ ਇਜ਼ ਆਪਣੇ ਕੋ ਸਟਾਰਟਿੰਗ ਕਿ ਆਪਾਂ ellipsoid ਦੀ ਇਕੁਏਸ਼ਨ ਸਾਡੇ ਕੋ ਗਿਵਨ ਹੈ, ਦੈਟ ਇਜ਼ x ਸਕੁਅਰ upon a ਸਕੁਅਰ plus y ਸਕੁਅਰ upon b ਸਕੁਅਰ plus z ਸਕੁਅਰ upon c ਸਕੁਅਰ is equal to 1। then the equation of the tangent plane, we can find out the firstly the tangent plane। ਕਿਉਂਕਿ ਆਪਾਂ ਡੈਫੀਨੇਸ਼ਨ ਦੇ ਵਿੱਚ ਕਿਹਾ ਕਿ ਪਹਿਲੇ ਜਿਹੜਾ ਟੈਂਜੈਂਟ ਪਲੇਨ ਹੋਏਗਾ ਉਹ ਪਾਸ ਕਰੇਗਾ P ਪੁਆਇੰਟ ਤੇ, ਮਤਲਬ ਕਿ ਜਿਹੜਾ ਟੈਂਜੈਂਟ ਪਲੇਨ ਸਾਨੂੰ ਨਿਕਾਲਣਾ ਪਏਗਾ ਉਹਦੇ ਵਿੱਚੋਂ P ਪੁਆਇੰਟ ਦੇ ਵਿੱਚੋਂ ਪਾਸ ਕਰੇਗਾ, ਮਤਲਬ ਇਹ ਵਾਲੇ ਪੁਆਇੰਟਸ ਟੈਂਜੈਂਟ ਪਲੇਨ ਤੇ ਲਾਈ ਕਰੂਗੇ। ਫਿਰ ਉਸ ਤੋਂ ਬਾਅਦ ਆਪਾਂ ਇੱਕ ਨਾਰਮਲ ਦੀ ਇਕੁਏਸ਼ਨ ਫਾਈਂਡ ਆਊਟ ਕਰਾਂਗੇ। ਹੁਣ ਉਹੀ ਆਪਾਂ ਸਟੈਪ ਬਾਈ ਸਟੈਪ ਕਰਾਂਗੇ। ਦੇਖੋ ਜੀ, ਸਾਡੇ ਕੋਲ ਇਕੁਏਸ਼ਨ ਆਫ ellipsoid ਗਿਵਨ ਹੈ। ਆਪਾਂ ਪਹਿਲੇ ਇਕੁਏਸ਼ਨ ਆਫ ਟੈਂਜੈਂਟ ਪਲੇਨ ਕੱਢੀ ਹੈ ਜਿਹੜੀ ਪਾਸ ਹੋ ਰਹੀ ਹੈ x1 y1 ਤੇ z1 ਤੇ। ਹੁਣ ਮੈਨੂੰ ਪਤਾ ਹੈ ਕਿ ਅਗਰ ਮੇਰੇ ਕੋਲ ਗਿਵਨ ਇਕੁਏਸ਼ਨ ਹੈ ਮੈਂ ਉਹਦੇ ਤੋਂ ਟੈਂਜੈਂਟ ਪਲੇਨ ਦੀ ਇਕੁਏਸ਼ਨ ਬਣਾ ਸਕਦਾ। ਜਦੋਂ x ਸਕੁਅਰ ਨੂੰ ਚੇਂਜ ਕਰੂੰਗਾ x into x1 ਦੇ ਵਿੱਚ, y ਸਕੁਅਰ ਨੂੰ ਚੇਂਜ ਕਰੂੰਗਾ y into y1 ਦੇ ਵਿੱਚ, z ਸਕੁਅਰ ਨੂੰ ਚੇਂਜ ਕਰੂੰਗਾ z into z1 ਦੇ ਵਿੱਚ। ਜਦੋਂ ਇਹ ਮੈਂ ਚੇਂਜ ਕਰ ਦੂੰਗਾ ਇਟ ਮੀਨਸ ਕਿ ਉਹ ਜਿਹੜੀ ਇਕੁਏਸ਼ਨ ਆਏਗੀ ਦੈਟ ਇਜ਼ ਆਪਣੇ ਕੋਲ ਟੈਂਜੈਂਟ ਪਲੇਨ ਦੀ ਇਕੁਏਸ਼ਨ ਆ ਜਾਏਗੀ। ਹੁਣ ਆਪਣੇ ਕੋਲ ਬਾਅਦ ਹੈ, ਉਸ ਤੋਂ ਬਾਅਦ ਹੈ ਕਿ ਆਪਾਂ ਡਾਇਰੈਕਸ਼ਨ ਨੰਬਰ ਫਾਈਂਡ ਆਊਟ ਕਰਨੇ। ਡਾਇਰੈਕਸ਼ਨ ਨੰਬਰਸ ਕਿਹੜੇ ਹੋ ਗਏ? ਹੁਣ ਦੇਖੋ ਡਾਇਰੈਕਸ਼ਨਸ ਨੰਬਰ ਹੁੰਦੇ ਜਿਹੜੇ x ਦਾ ਕੋਫੀਸ਼ੀਐਂਟ ਹੈ, y ਦਾ ਕੋਫੀਸ਼ੀਐਂਟ ਹੈ ਔਰ z ਦਾ ਕੋਫੀਸ਼ੀਐਂਟ ਹੈ। ਕੋਫੀਸ਼ੀਐਂਟ ਆਫ x, ਕੋਫੀਸ਼ੀਐਂਟ ਆਫ y ਤੇ ਕੋਫੀਸ਼ੀਐਂਟ ਆਫ z, ਇੱਥੇ ਕੋਮਾ ਆਏਗਾ ਜੀ। ਤੇ ਡਾਇਰੈਕਸ਼ਨ ਨੰਬਰਸ ਹੋ ਗਏ x1 upon a square, y1 upon b square, z1 upon c square, they are the direction numbers। ਹੁਣ ਆਪਣੇ ਕੋ ਬਾਅਦ ਹੈ ਅਗਰ ਆਪਾਂ ਇਕੁਏਸ਼ਨ ਆਫ ਨਾਰਮਲ ਲਾਈਨ ਦੀ ਕੱਢਣੀ ਆ। ਹੁਣ ਦੇਖੋ ਇਕੁਏਸ਼ਨ ਆਫ ਨਾਰਮਲ ਲਾਈਨ ਹੈ, ਹੁਣ ਮੈਨੂੰ ਪਤਾ ਸਿੰਪਲ ਲਾਈਨ ਦੀ ਕੀ ਹੁੰਦੀ x ਮਾਈਨਸ ਅਲਫਾ ਡਿਵਾਈਡਡ ਬਾय ਆਪਣੇ ਕੋ l, ਤੇ y ਮਾਈਨਸ ਬੀਟਾ ਡਿਵਾਈਡਡ ਬਾय m, ਤੇ z ਮਾਈਨਸ ਗਾਮਾ ਡਿਵਾਈਡਡ ਬਾय n। ਹੁਣ ਅਲਫਾ ਬੀਟਾ ਗਾਮਾ ਦੀ ਥਾਂ ਤੇ ਆਪਣੇ ਕੋ ਪੁਆਇੰਟ ਦੇ ਕੋਆਰਡੀਨੇਟਸ ਦਿੱਤੇ ਹੋਏ ਆ x1 y1 ਤੇ z1, ਤੇ ਮੈਂ ਅਲਫਾ ਬੀਟਾ ਗਾਮਾ ਦੀ ਥਾਂ ਤੇ x1 y1 ਤੇ z1। ਹੁਣ l m n ਦੀ ਵੈਲਿਊ ਉਹਨਾਂ ਨੇ ਦਿੱਤੀ ਹੋਈ ਹੈ, ਦੈਟ ਇਜ਼ x1 upon a ਦੀ ਸਕੁਅਰ, y1 upon b ਸਕੁਅਰ, z1 upon c ਸਕੁਅਰ, ਤੇ ਮੈਂ ਇੱਥੇ ਪੁੱਟ ਕਰ ਦਿੱਤੀ, ਇੱਥੇ z1 ਆਏਗਾ। ਹੁਣ ਉਸ ਤੋਂ ਬਾਅਦ ਜਦੋਂ ਇਹ ਪੁੱਟ ਕਰਨ ਤੋਂ ਬਾਅਦ ਹੁਣ ਦੇਖੋ ਆਪਣੇ ਕੋਲ ਕੀ ਬਣ ਗਈ, ਆਪਣੇ ਕੋਲ ਨੋਟ ਹੈ ਕਿ ਕੋਈ ਵੀ ਫੰਕਸ਼ਨ ਹੈ ਅਗਰ f ਦੀ ਵੈਲਿਊ ਆਪਣੇ ਕੋਲ ਆ ਜਾਂਦੀ ਇਨ ਦਾ ਟਰਮ ਆਫ x y z ਤੇ x1 ਅਪੋਨ, ਹੁਣ ਦੇਖੋ ਮੈਂ ਕਿਹਾ ਸੀ ਜਿਹੜਾ ਆਹ ਵਾਲਾ ਪੁਆਇੰਟ ਹੈ x1 y1 ਤੇ z1 ਉਹ ਇਕੁਏਸ਼ਨ ਆਫ ellipsoid ਤੇ ਵੀ ਲਾਈ ਕਰੇਗਾ, ਠੀਕ ਹੈ। ਅਗਰ ਇਕੁਏਸ਼ਨ ਆਫ ellipsoid ਤੇ ਲਾਈ ਕਰੇਗਾ ਮਤਲਬ x1 ਨੂੰ ਮੈਂ ਪੁੱਟ ਕਰ ਦੇਣਾ ਆ, x ਨੂੰ ਪੁੱਟ ਕਰ ਦੇਣਾ x1, y ਨੂੰ ਪੁੱਟ ਕਰ ਦੇਣਾ y1 ਤੇ z ਨੂੰ ਪੁੱਟ ਕਰ ਦੇਣਾ z1, ਤੇ ਆਪਣੇ ਕੋਲ ਇਕੁਏਸ਼ਨ ਆ ਜਾਏਗੀ x1 upon a square plus y1 upon b square plus z1 upon c square minus 1। ਤੇ ਆਪਣੇ ਕੋ ਅਗਰ ਫੰਕਸ਼ਨ ਦੀ ਵੈਲਿਊ ਆਪਣੇ ਕੋ ਇਕੁਏਸ਼ਨ ਇਕੁਅਲ ਟੂ 0 ਹੋਗੀ, ਦੈਨ ਆਪਣੇ ਕੋ ਇਕੁਏਸ਼ਨ ਆਫ ellipsoid ਕੱਢਾਂਗੇ। ਆਪਾਂ ਕੀ ਕਰਾਂਗੇ, ਪਾਰਸ਼ੀਅਲ ਡੈਰੀਵੇਟਿਵ ਕਰਾਂਗੇ ਕੱਲੀ f upon ਕੱਲੀ x ਦਾ, ਪਾਰਸ਼ੀਅਲ ਡੈਰੀਵੇਟਿਵ ਕੱਲੀ f upon ਕੱਲੀ y ਦਾ, ਪਾਰਸ਼ੀਅਲ ਡੈਰੀਵੇਟਿਵ ਕੱਲੀ f upon ਕੱਲੀ z ਦਾ। ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਪਾਰਸ਼ੀਅਲ ਡੈਰੀਵੇਟਿਵ ਵਿਦ ਰਿਸਪੈਕਟ ਟੂ ਕੱਲੀ ਬਾਈ ਕੱਲੀ x1 ਦਾ, ਪਾਰਸ਼ੀਅਲ ਡੈਰੀਵੇਟਿਵ ਕੱਲੀ f upon ਕੱਲੀ y1 ਦਾ, ਤੇ ਪਾਰਸ਼ੀਅਲ ਡੈਰੀਵੇਟਿਵ ਕੱਲੀ f upon ਕੱਲੀ z1 ਦਾ। ਤੇ ਉਹਦੇ ਤੋਂ ਬਾਅਦ ਜਦੋਂ ਆਪਾਂ ਇਹਨਾਂ ਸਾਰਿਆਂ ਦੀ ਵੈਲਿਊਜ਼ ਕੱਢ ਲੈਣੀ ਪਾਰਸ਼ੀਅਲ ਡੈਰੀਵੇਟਿਵ ਦੀ, ਫਿਰ ਆਪਾਂ ਪੁੱਟ ਕਰ ਦੇਣੀ ਹੈ। ਹੁਣ ਪੁੱਟ ਦੇਖੋ ਕਿਹਦੀ ਕਰਨੀ ਹੈ, x1 upon a ਦੀ ਵੈਲਿਊ ਆਪਾਂ ਇੱਥੋਂ ਦੀ ਕੱਢ ਲਵਾਂਗੇ, ਉਹ ਕੀ ਆਏਗਾ 2 ਟਾਈਮ 1/2 ਆਫ ਕੱਲੀ f upon ਕੱਲੀ x1। ਇੱਦਾਂ ਹੀ ਆਪਣੇ ਕੋਲ x1 upon b ਸਕੁਅਰ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ, ਹੋਏਗਾ 1/2 ਕੱਲੀ f upon ਕੱਲੀ y1।
ਇਹਦੇ ਆਪਣੇ को z1 अपॉन c स्क्वायर ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ। ਉਹ ਕੀ ਹੈਗਾ 1/2 ਕੱਲੀ f अपॉन ਕੱਲੀ z1। 1/2 कॉमन हैगा या वो कैंसल हो जाएगा तो अपने को आएगा x माइनस x1 डिवाइडेड बाई कली f अपॉन कली x1, y माइनस y1 डिवाइडेड बाई कली f अपॉन कली y1 और z माइनस z1 कली f अपॉन कली z1। दिस इज द इक्वेशन ऑफ द नॉर्मल प्लेन। ते अपने को इक्वेशन होगी दैट इज ए नॉर्मल दे। हुण अगर साडे को केस आ जांदा फाइंड द इक्वेशन ऑफ नॉर्मल इन द एक्चुअल डायरेक्शन कोसाइन। अगर साडे को डायरेक्शन कोसाइन वाली फॉर्म आ जाती हुण इहदे विच देखो जिहड़ा आपां पिछे आर्टिकल कीता आ वाला उहदे विच आपां डायरेक्शन नंबर्स लए ने। ये याद रखना कि दोनों आर्टिकल थोड़े डिफरेंट हो जाते जो आप डायरेक्शन नंबर्स के नाल करते हैं तो डायरेक्शन कोसाइनस के नाल करते हैं। हुण आप डायरेक्शन कोसाइन वाली फॉर्म के लैके जाने हैं। हुण मैनूं पता है कि पी है जिहड़ा पी पॉइंट है वो परपेंडिकुलर डिस्टेंस है सेंटर तो 0 0 0 तो साढ़े को टेंजेंट प्लेन बन गई सी। आप सेम यही टेंजेंट प्लेन इतने बनाई है दैट इज x1 डिवाइडेड बाई ए स्क्वायर प्लस y1 डिवाइडेड बाई बी स्क्वायर प्लस z1 डिवाइडेड बाई सी स्क्वायर इज इक्वल टू 1। हुण मैनूं कह रहा है कि कोई पी पॉइंट तो ओरिजन का डिस्टेंस है 0 0 0। ठीक है जी। हुण इत्थे परपेंडिकुलर डिस्टेंस है अपने को डिस्टेंस का फॉर्मूला लगावांगे दैट इज 1 अपॉन प्लेन की इक्वेशन है। हुण अपने को की होंदा फॉर्मूला lx प्लस my प्लस nz माइनस 1 डिवाइडेड बाय अंडर रूट ऑफ l दी स्क्वायर प्लस m दी स्क्वायर प्लस n दी स्क्वायर दिट इज ए परपेंडिकुलर डिस्टेंस। अपने को ये वाला फॉर्मूला लगाया lx प्लस my प्लस nz माइनस 1 या माइनस पी कहेंगे। हुण इत्थे पी की वैल्यू की अपने को 1 है क्योंकि अपने को प्लेन के अकॉर्डिंग देखना ना तो अपने को पी की वैल्यू 1 है दैट इज अपने को एल स्क्वायर प्लस एम स्क्वायर प्लस एन स्क्वायर। हुण अपने को ध्यान ना देखो इस इक्वेशन को अगर मैं कंपेयर करदा एल एक्स प्लस एम वाई प्लस एन जैड माइनस 1 इज इक्वल टू 0। हुण एल की वैल्यू आ गई x1 अपॉन ए स्क्वायर एम की वैल्यू आ गई एल की वैल्यू आ गई x1 अपॉन ए स्क्वायर एम की वैल्यू आ गई y1 अपॉन बी स्क्वायर एन की वैल्यू आ गई z1 अपॉन सी स्क्वायर। हुण ये सारी वैल्यूज कट ली एल की वैल्यू l1 अपॉन x1 अपॉन ए स्क्वायर एम की वैल्यू y1 अपॉन बी स्क्वायर एन की वैल्यू z1 अपॉन सी स्क्वायर पुट कर दो। हुण ਉਹਦੇ ਵਿੱਚ ਉਹਨਾਂ ਨੇ ਕਿਹਾ कि ਜਿਹੜੇ ਕਿੱਥੋਂ ਪਾਸ ਕਰ ਰਹੀ ਹੈ ਸੈਂਟਰ ਪੁਆਇੰਟ 0 0 0 मतलब x ਦੀ ਵੈल्यू ਇੱਥੇ 0 y ਦੀ ਵੈल्यू 0 ਹੋਏਗੀ ਤੇ z ਦੀ ਵੈल्यू 0। अगर ये भी 0 होएगी तो 0 ना कुछ भी मल्टीप्लाई करो 0 हो जाएगा 0 ना कुछ भी मल्टीप्लाई करो 0 0 तो अपने को -1 बची। हुण -1 का मोड की हो गया +1 हो गया तो इतने +1 आ गया अंडर रूट। हुण एल की वैल्यू पुट कर दी दैट इज x1 अपॉन ए स्क्वायर का स्क्वायर दैट इज अपने को x1 स्क्वायर अपॉन ए की पावर 4 आ गया। इधर ही अपने को m का स्क्वायर करना y1 स्क्वायर अपॉन b स्क्वायर का स्क्वायर दैट इज b की पावर 4 हो गया। इधर ही n1 का स्क्वायर कर दिया z1 स्क्वायर अपॉन c की पावर 4 अपने को आ गया। तो अपने को आ फॉर्मूला पुट करने तो बाद अपने को आ गया। हुण उस तो बाद अपने को डायरेक्शन नंबर की सीगे हुण डायरेक्शन नंबर अपने को सेम हुई सी x1 अपॉन ए स्क्वायर y1 अपॉन b स्क्वायर z1 अपॉन c स्क्वायर डायरेक्शन नंबर सेम ने। हुण आ गया अपने को डिवाइड बाय अगर मैं ये जो p दी अंडर रूट जे मैं क्रॉस मल्टीप्लाई कर दूँ पी इधर चला गया तो आज टर्म उधर चलेगी तो अपने को डायरेक्शन को साइन किया होगा डायरेक्शन को साइन किया होगा दैट इज अपने को x1 अपॉन ए स्क्वायर 1 अपॉन पी y1 अपॉन बी स्क्वायर 1 अपॉन पी z1 अपॉन सी स्क्वायर 1 अपॉन पी। हुण ये 1 अपॉन पी ऊपर चला गया पी ऊपर चला गया तो अपने को आ गया पी x1 अपॉन ए स्क्वायर पी एक्स y1 अपॉन बी स्क्वायर पी z1 अपॉन सी स्क्वायर। हुण आ जिहड़े हैगे ने दे आर द डायरेक्शन कोसाइन है सानू पता है कि x माइनस x1 डिवाइडेड बाय l होंदा है y माइनस y1 डिवाइडेड बाय m होंदा है z माइनस z1 डिवाइडेड बाय n होंदा है। तो मैं एल एम एन की वैल्यू हूँ अपने को आ गई है एल एम एन की वैल्यू तो मैं पुट कर दूंगा तो मेरे को इक्वेशन ऑफ नॉर्मल आ जाएगी। इक्वेशन ऑफ नॉर्मल आ जाएगी अपने को एल एम एन की वैल्यू पुट करन ते वो पॉइंट जिहड़ा परपेंडिकुलर है सेंटर ऑफ द लिप्सॉइड ते और फ्रॉम द टेंजेंट प्लेन ते अपने को इक्वेशन ऑफ नॉर्मल आ जाएगी। नोट है कि अगर कोई भी फॉर्म है इस फॉर्म इज यूज्ड फॉर प्रॉब्लम रिलेटेड टू द डिस्टेंस मेजर्ड फ्रॉम द पॉइंट along the normal at the point P। नेक्स्ट आर्टिकल नंबर 27 है in the number of normal form a given point of an ellipsoid। कहते किन्ने नंबर ऑफ नॉर्मल्स आप ड्रॉ कर सकते हैं एक पॉइंट से
किसी भी इलिप्सॉइड दे। ते क्वेश्चन हैगा प्रूव दैट देयर आर 6 पॉइंट्स। कहंदे इलिप्सॉइड दे 6 पॉइंट्स ने। द नॉर्मल एट विच पासिस थ्रू ए गिवन पॉइंट। कहंदे नॉर्मल फाइंड आउट करो ਜਿਹੜੇ ਪਾਸ ਕਰ ਰਹੇ ਆ ਇਸ ਪੁਆਇੰਟ ਤੋਂ ਅਲਫਾ ਬੀਟਾ ਗਾਮਾ ਵਾਲੇ ਪੁਆਇੰਟ ਤੋਂ। ਹੁਣ ਦੇਖੋ ਆਪਣੇ ਕੋ ਗਿਵਨ ਕੀ ਹੈ, ਦੈਟਸ ਦ ਇਕੁਏਸ਼ਨ ਆਫ ਇਲਿਪਸॉइड ਗਿਵਨ ਹੈ, ਦੈਟਸ x ਸਕੁਅਰ ਅਪਨ a ਸਕੁਅਰ ਪਲੱਸ y ਸਕੁਅਰ ਅਪਨ b ਸਕੁਅਰ ਪਲੱਸ z ਸਕੁਅਰ ਅਪਨ c ਸਕੁਅਰ ਇਜ਼ ਇਕੁਅਲ ਟੂ 1। ਹੁਣ ਆਪਣੇ ਆਪਾਂ ਲੈ ਲੈ ਕਿ ਉਹ ਇਸ ਇਕੁਏਸ਼ਨ ਤੋਂ ਪਾਸ ਆ ਪੁਆਇੰਟ ਤੋਂ ਪਾਸ ਕਰ ਰਹੇ ਨੇ x1 y1 ਤੇ z1 ਦੇ ਵਿੱਚੋਂ। ਹੁਣ x1 y1 ਤੇ z1 ਆਪਾਂ ਪੁਆਇੰਟ ਦੇ ਵਿੱਚ ਪਾਸ ਕਰਦੇ ਪਏ ਆ ਤੇ ਮੈਂ ਆ ਗਿਆ x x1 y y1 और z z1 डिवाइडेड बाय कोफिशिएंट ऑफ x ਦਾ कोफिशिएंट ऑफ y ਦਾ कोफिशिएंट ऑफ z ਦਾ। ਹੁਣ ਇਹਦੇ ਵਿੱਚ ਮੈਂ ਟੈਂਜੈਂਟ ਪਲੇਨ ਦੇ ਲਿਖ ਲੈਂਦਾ। ਟੈਂਜੈਂਟ ਪਲੇਨ ਕੀ ਆ ਗਿਆ, टेंजेंट प्लेन आ जाएगा x x1 डिवाइडेड बाय a स्क्वायर प्लस y y1 डिवाइडेड बाय b स्क्वायर प्लस z z1 डिवाइडेड बाय c स्क्वायर माइनस 1 इज इक्वल टू 0। ਹੁਣ x ਦਾ ਕੋਫੀਸ਼ੀਐਂਟ ਹੋ ਗਿਆ x1 upon a स्क्वायर ਉਹ ਆ ਗਿਆ, y ਦਾ ਕੋਫੀਸ਼ੀਐਂਟ ਹੋ ਗਿਆ y1 upon b स्क्वायर ਉਹ ਆ ਗਿਆ, z ਦਾ ਕੋਫੀਸ਼ੀਐਂਟ ਹੋ ਗਿਆ z1 upon c स्क्वायर ਉਹ ਆ ਗਿਆ। ਹੁਣ ਉਹਨਾਂ ਨੇ ਕੁਐਸਚਨ ਦੇ ਵਿੱਚ ਕਿਹਾ ਹੀ ਇਹ ਪਾਸ ਕਰੂਗੀ ਥਰੂ ਦਾ ਗਿਵਨ ਪੁਆਇੰਟ। ਹੁਣ x y z ਦੀ ਵੈਲਿਊ ਮੈਂ ਅਲਫਾ ਬੀਟਾ ਗਾਮਾ ਲੈ ਲਈ, x y z ਦੀ ਵੈਲਿਊ ਅਲਫਾ ਬੀਟਾ ਗਾਮਾ ਲੈ ਲਈ ਤੇ x y z ਦੀ ਥਾਂ ਤੇ ਮੈਂ ਅਲਫਾ ਬੀਟਾ ਗਾਮਾ ਲੈ ਲਿਆ, ਉਹਨੂੰ ਲੈਮਡਾ ਦੇ ਇਕੁਅਲ ਕਰ ਲਿਆ, ਕੰਪੇਅਰ ਕਰ ਲਿਆ ਫਸਟ ਇਕੁਏਸ਼ਨ ਨੂੰ ਇਸ ਲੈਮਡਾ ਦੇ ਨਾਲ ਤੇ ਮੇਰੇ ਕੋਲ x1 ਦੀ ਵੈਲਿਊ ਆ ਜਾਏਗੀ। ਫਿਰ ਆਪਣੇ ਨੂੰ ਇਹਦੇ ਨਾਲ ਲੈਮਡਾ ਦੇ ਨਾਲ ਕੰਪੇਅਰ ਕੀਤਾ, ਮੇਰੇ ਕੋਲ y1 ਦੀ ਵੈਲਿਊ ਆ ਜਾਏਗੀ। ਫਿਰ ਇਹਨੂੰ ਇਹਦੇ ਨਾਲ ਕੰਪੇਅਰ ਕੀਤਾ, ਫਿਰ ਮੇਰੇ ਕੋਲ ਇੱਥੇ ਗਾਮਾ ਆਏਗਾ ਜੀ, ਗਾਮਾ ਆਏਗਾ। ਫਿਰ ਮੇਰੇ ਕੋਲ ਇਹਦੇ ਕੰਪੇਅਰ ਕੀਤਾ ਤੇ ਮੇਰੇ ਕੋਲ z1 ਦੀ ਵੈਲਿਊ ਆ ਜਾਏਗੀ। ਇੱਦਾਂ ਆਪਣੇ ਕੋਲ z1 ਦੀ ਵੈਲਿਊ ਆਪਣੇ ਕੋਲ ਸੋਲਵ ਕਰਨ ਤੋਂ ਬਾਅਦ x1 y1 ਤੇ z1 ਦੀ ਵੈਲਿਊ ਆ ਜਾਏਗੀ। ਫਿਰ ਆਪਾਂ ਨੂੰ ਇਕੁਏਸ਼ਨ ਨੰਬਰ 1 ਦੇ ਵਿੱਚ ਪੁੱਟ ਕਰ ਦਾਂਗੇ। ਇਕੁਏਸ਼ਨ ਨੰਬਰ 1 ਹੁਣ ਦੇਖੋ ਜਿਹੜਾ ਆਪਾਂ ਪੁਆਇੰਟ ਪਾਸ ਕੀਤੇ ਸੀ x1 y1 ਤੇ z1 ਉਹ ਆਪਣੇ ਕੋਲ ਲਾਈ ਕਰੇਗੀ ਇਕੁਏਸ਼ਨ ਆਫ ਇਲਿਪਸॉइड ਤੇ। ਅਗਰ ਉਹ ਇਲਿਪਸॉइड ਤੇ ਲਾਈ ਕਰੇਗੀ ਇਟ ਮੀਨਸ ਕਿ ਉਹ ਸੈਟੀਸਫਾਈ ਕਰੇਗੀ ਇਕੁਏਸ਼ਨ ਆਫ ਇਲਿਪਸॉइड ਨੂੰ ਤੇ ਆਪਣੇ ਕੋਲ x1 y1 ਤੇ z1 ਆ ਜਾਏਗਾ ਤੇ ਉਹਦੀ ਵੈਲਿਊ ਆਪਾਂ ਪੁੱਟ ਕਰ ਦਾਂਗੇ x1 ਦੀ ਵੈਲਿਊ y1 ਦੀ ਵੈਲਿਊ ਤੇ z1 ਦੀ ਵੈਲਿਊ ਤੇ ਸੋਲਵ ਕਰ ਲਾਂਗੇ। ਸਾਡੇ ਕੋਲ इक्वेशन आ जाएगी अपने को ऑफ द 6th डिग्री ऑफ इन लैम्डा। ਹੁਣ लैम्डा ਦੀ ਪਾਵਰ 6th डिग्री ਹੈ ਜਿਹਦੇ ਕਰਕੇ ਆਪਣੇ ਕੋਲ लैम्डा को 6 ਪੁਆਇੰਟ ਆਉਗੇ। 6 ਪੁਆਇੰਟ ਉਹ ਆਉਗੇ ਜਿਹੜੇ ਪਾਸ ਕਰੂਗੇ 6 ਪੁਆਇੰਟ ਆਫ ਔਨ ਦਾ ਇਲਿਪਸॉइड ਤੇ ਉਹ 6 ਪੁਆਇੰਟ ਹੋਗੇ ਜਿਹੜੇ ਨਾਰਮਲ ਹੈ ਉਹ ਐਟ ਪਾਸ ਕਰੂਗੇ ਅਲਫਾ ਬੀਟਾ ਗਾਮਾ ਤੋਂ ਤੇ ਆਪਾਂ ਇੱਥੋਂ ਆਰਟੀਕਲ ਪ੍ਰੂਫ ਹੋ ਜਾਂਦਾ ਹੈ। ਤੇ ਨੈਕਸਟ ਹੈ ਆਪਣੇ ਕੋ क्यूबिक कर्व थ्रू द फिट ऑफ द 6 नॉर्मल फ्रॉम ए पॉइंट। उन्हें कह रहे कि तभी क्यूबिक कर्व निकालो कि जेडे नॉर्मल दे फिट तो 6 नॉर्मल ने उन्होंने फिट तो पास होके जा रही है। प्रूव दैट द फिट ऑफ द नॉर्मल कहते कि अपने को नॉर्मल दे फिट्स दे जेडे इस पॉइंट तो पास होके जा रहे हैं इलिप्सॉइड दे आर द पॉइंट ऑफ इंटरसेक्शन ऑफ इलिप्सॉइड एंड इट इज सर्टेन कर्व। आप प्रूव करना है कि अपने को कोई भी अपने को नॉर्मल्स ने नॉर्मल ड्रॉ कर देना उन्होंने फिट है वो पास कर रहे हैं गिवन पॉइंट तो अल्फा बीटा गामा इलिप्सॉइड दे ते आर दा पॉइंट ऑफ इंटरसेक्शन ने वो वही पॉइंट्स ने जेडे फिट्स दे जेडे पॉइंट ऑफ इंटरसेक्शन ने ते क्यूबिक कर्व ते पॉइंट ऑफ इलिप्सॉइड दी कर्व दे विच जेड़ा इंटरसेक्शन पॉइंट्स ने वो ने अपने को फिट ऑफ द नॉर्मल्स आप प्रूफ करने ने। लेट द अपने को गिवन की है इलिप्सॉइड दी इक्वेशन है x स्क्वायर अपॉन a स्क्वायर प्लस y स्क्वायर अपॉन b स्क्वायर प्लस z स्क्वायर अपॉन c स्क्वायर इज इक्वल टू 1। ठीक है जी। ਹੁਣ ਉਸ ਤੋਂ ਬਾਅਦ ਹੈ ਕਿ ਆਪਣੇ को फिट ऑफ द 6 नॉर्मल फ्रॉम ਹੁਣ ਦੇਖੋ ਸਾਰੇ ਨੋਰਮਲਸ ਨੇ ਉਹ ਜਿਹੜੇ ਕਿਤੋਂ ਪਾਸ ਕਰ ਰਹੇ ਅਲਫਾ ਬੀਟਾ ਗਾਮਾ ਤੋਂ ਤੇ ਅਲਫਾ ਬੀਟਾ ਗਾਮਾ ਤੋਂ ਪਾਸ ਕਰ ਰਹੇ ਆ। ਹੁਣ ਪਿਛਲਾ ਆਰਟੀਕਲ ਕੀਤਾ ਉਹਦੇ ਵਿੱਚ ਆਪਾਂ x1 y1 ਤੇ z1 ਦੀ ਵੈਲਿਊ ਕੱਢੀ ਉਹੀ ਆਰਟੀਕਲ ਆਪਾਂ ਫਿਰ ਦੁਬਾਰਾ ਇੱਥੇ ਲਿਖਾਂਗੇ ਪੂਰਾ ਆਰਟੀਕਲ ਜਿਹਦੇ ਵਿੱਚ ਆਪਾਂ x1 y1 ਤੇ z1 ਦੀ ਵੈਲਿਊ ਕੱਢ ਲਈ। ਹੁਣ x1 y1 ਤੇ z1 ਦੀ ਵੈਲਿਊ ਜਿਹੜੇ ਫਿਟ ਆਫ ਦਾ ਨੋਰਮਲ ਹੈ ਉਹ ਲਾਈ ਕਰ ਰਹੇ ਆ ਔਨ ਦਾ ਕਰਵ ਦੇ ਵਿੱਚ। ਹੁਣ ਇਹ ਅਗਰ ਆਪਣੇ ਕੋ ਫਿਟ ਆਫ ਦਾ ਨੋਰਮਲ ਹੈ ਤਾਂ ਆਪਾਂ ਕੀ ਕਰਾਂਗੇ x1 ਨੂੰ x ਦੇ ਵਿੱਚ ਚੇਂਜ ਕਰ ਦਾਂਗੇ y1 ਨੂੰ ਆਪਣੇ ਕੋ y ਦੇ ਵਿੱਚ ਚੇਂਜ ਕਰ ਦਾਂਗੇ z1 ਨੂੰ z ਦੇ ਵਿੱਚ ਚੇਂਜ ਕਰ ਦਾਂਗੇ ਤੇ ਆਪਣੇ ਕੋ x1 ਨੂੰ x ਦੇ ਵਿੱਚ y1 ਨੂੰ y ਦੇ ਵਿੱਚ z1 ਨੂੰ z ਦੇ ਵਿੱਚ ਚੇਂਜ ਕਰਾਂਗੇ ਤੇ ਆਪਣੇ ਕੋ ਪੈਰਾਮੀਟਰ ਆ ਜਾਏਗਾ ਤੇ ਆਪਣੇ ਕੋ x y z ਦੀ ਵੈਲਿਊ ਆ ਜਾਏਗੀ ਜਿਹੜੀ ਲੈਮਡਾ ਪੈਰਾਮੀਟਰ ਤੇ ਡਿਪੈਂਡ ਕਰਦੀ ਹੈ। ਹੁਣ ਮੈਨੂੰ ਇਹ ਪਤਾ ਕਿ ਜਿਹੜੀ ਸੈਕੰਡ ਇਕੁਏਸ਼ਨ ਹੈ ਆ ਜਿਹੜੀ ਇਕੁਏਸ਼ਨਸ ਨਿਕਲੀਆਂ x y z ਦੀ
ठीक है ना। ਹੁਣ ਆਪਾਂ ਇਹਨੂੰ ਪ੍ਰੂਵ ਕਰਨਾ ਕਿ ਇਹ ਕਿਊਬਿਕ ਕਰਵ ਹੈ ਕਿ ਨਹੀਂ ਹੈ। ਪ੍ਰੂਵ ਦੈਟ ਦਾ ਕਰਵ ਆਪਣੇ ਕੋਲ ਕਿਊਬਿਕ ਕਰਵ ਹੈ ਕਿ ਨਹੀਂ ਹੈ। ਤੇ ਉਹਦੇ ਲਈ ਆਪਾਂ ਕੀ ਕਰਾਂਗੇ, ਜਿਹੜੀ ਸੈਕਿੰਡ ਕਰਵ ਨਿਕਲੀ ਹੈ ਦੈਟ ਇਜ਼ ਆਰਬਿਟਰੀ। ਹੁਣ ਦੇਖੋ ਪਲੇਨ ਦੀ ਇਕੁਏਸ਼ਨ ਕਿੱਦਾਂ ਦੀ ਹੁੰਦੀ ਹੈ, ax by cz ਦੀ ਫਾਰਮ ਦੇ ਵਿੱਚ ਹੁੰਦੀ ਪਲੱਸ ਕੁਛ ਕਨਸਟੈਂਟ। ਇਸ ਫਾਰਮ ਨੂੰ ਆਪਾਂ ਪਲੇਨ ਦੀ ਆਰਬਿਟਰੀ ਪੁਆਇੰਟ। ਹੁਣ ਦੇਖੋ ਇਹਦੇ ਵਿੱਚ x ਦੀ ਵੈਲਿਊ, y ਦੀ ਵੈਲਿਊ, z ਦੀ ਵੈਲਿਊ ਪੁੱਟ ਕਰ ਦੂੰਗਾ ਤੇ ਉਹਨੂੰ ਸੋਲਵ ਕਰੂੰਗਾ ਤੇ ਉਹ ਕਿਊਬਿਕ ਦੀ ਫਾਰਮ ਦੇ ਵਿੱਚ ਆ ਜਾਏਗਾ। ਕਿਊਬਿਕ ਦੀ ਇਕੁਏਸ਼ਨ ਦੇ ਲੈਮਡਾ ਕੀ ਆ ਗਿਆ, ਲੈਮਡਾ ਕਿਊਬ ਦੀ ਫਾਰਮ ਦੇ ਵਿੱਚ ਆ ਗਿਆ। ਇਟ ਮੀਨਸ ਕਿ ਲੈਮਡਾ ਦੇ 3 ਪੁਆਇੰਟ ਨਿਕਲੂਗੇ। ਅਗਰ ਕਿਊਬਿਕ ਇਕੁਏਸ਼ਨ ਹੈ ਇਟ ਮੀਨਸ ਕਿ ਲੈਮਡਾ ਦੇ 3 ਪੁਆਇੰਟ ਨਿਕਲੋਗੇ ਜਿਹੜੇ ਪਾਸ ਕਰੂਗੇ ਪਲੇਨ ਦੇ ਵਿੱਚੋਂ। ਦਿਸ ਕਰਵ ਇਜ਼ ਕਾਲਡ ਦਾ ਕਿਊਬਿਕ ਕਰਵ। ਤੇ ਆਪਣੇ ਕੋਲ ਆਰਟੀਕਲ ਇੱਥੇ ਕੰਪਲੀਟ ਹੋ ਜਾਂਦਾ ਹੈ। ਸਾਡੇ ਕੋਲ ਵੈਰੀ ਇੰਪੋਰਟੈਂਟ ਆਰਟੀਕਲਸ ਨੇ ਜਿਹੜੇ ਆਪਾਂ ਕੰਪਲੀਟ ਕਰ ਲੈਣੇ।